सत श्री अकाल जी। प्रोग्राम पंजाब नवां तुहाडा स्वागत है। मैं हाँ मदनदीप। मामला बहुत भखिया होया पंजाब च एक, और ये मामला जिहड़ा धर्म नाल संबंधित भी है तो इंसानीयत नाल संबंधित भी है। मामला ये आ कि गुरु घरां दीयां जायदादां श्रोमणी गुरुद्वारा प्रबंधक कमेटी जिहड़ी कि गुरुद्वारे दा प्रबंध करन वाली है, जिहदे ते गुरुद्वारियां दे प्रबंध नूं सुचारू करन दी जिम्मेवारी है, ਉਹੀ हड़प रही है। ਉਹਦੇ ਤੇ ਸਿੱਧਾ ਦੋਸ਼ ਹੈ ਇਹ। ਔਰ ਕਿਹੜੀ ਜ਼ਮੀਨ ਕਿਹੜੇ ਗੁਰਦੁਆਰਾ ਸਾਹਿਬ ਦੀ ਹੜੱਪੀ ਹੈ, ਇਹਦੇ ਤੇ ਗੱਲ ਕਰਾਂਗੇ। ਔਰ ਗੱਲ ਕਰਾਂਗੇ ਕਿ ਇਤਿਹਾਸ 'ਚ ਪਹਿਲੀ ਵਾਰ ਗੁਰੂ ਘਰ ਦੀਆਂ ਗੋਲਕਾਂ ਨੂੰ ਘਾਟਾ ਪੈਣ ਲੱਗ ਗਿਆ। ਇਹ ਬਹੁਤ ਮਹੱਤਵਪੂਰਨ ਗੱਲ ਹੈਗੀ ਹੈ। ਗੁਰੂ ਘਰ ਦੀਆਂ ਗੋਲਕਾਂ ਨੂੰ ਘਾਟਾ ਪੈਣ ਲੱਗ ਗਿਆ ਹੈ। ਹਾਲਾਂਕਿ ਸਾਡੇ ਇਤਿਹਾਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਸਾਡੇ ਇਤਿਹਾਸ ਦੇ ਵਿੱਚ ਚੜ੍ਹਦੀ ਕਲਾ ਦਾ ਜਿਹੜਾ ਨਾਅਰਾ ਆ, ਇਹ ਕੇਵਲ ਸ਼ਬਦੀ ਨਹੀਂ ਹੈ, ਇਹ ਅਮਲੀ ਹੈ। ਔਰ ਚੜ੍ਹਦੀ ਕਲਾ ਦਾ ਮਤਲਬ ਇਹ ਹੈ ਵੀ ਗੁਰੂ ਘਰ ਦੇ ਵਿੱਚੋਂ ਕਦੇ ਵੀ ਘਾਟਾ ਨਹੀਂ ਪਿਆ, ਕਦੇ ਘਾਟਾ ਨਹੀਂ ਪਿਆ ਕਿਸੇ ਵੀ ਚੀਜ਼ ਦਾ, ਚਾਹੇ ਉਹ ਲੰਗਰ ਹੋਵੇ, ਚਾਹੇ ਉਹ ਮਤਲਬ ਜੇ ਆਪਾਂ ਕਹਿ ਲਈਏ ਦਾਨ ਪੁੰਨ ਦੀ ਗੱਲ ਹੋਵੇ, ਠੀਕ ਹੈ ਨਾ, ਮਾਇਆ ਦੀ ਗੱਲ ਹੋ, ਕਿਸੇ ਚੀਜ਼ ਦਾ ਕਦੇ ਕਦੇ ਘਾਟਾ ਨਹੀਂ ਪਿਆ। ਹੁਣ ਘਾਟਾ ਪੈਣ ਲੱਗ ਗਿਆ। 40 ਕਰੋੜ ਦਾ ਘਾਟਾ ਪਿਆ ਆ ਸ਼੍ਰੋਮਣੀ ਕਮੇਟੀ ਦੇ ਬਜਟ 'ਚ। ਉਹ ਕਿਵੇਂ ਪੈ ਗਿਆ ਇਹ ਗੱਲ ਕਰਾਂਗੇ, ਕਿਉਂਕਿ ਇਹ ਮਾਮਲਾ ਇਸ ਕਰਕੇ ਅੱਜ ਉੱਠਿਆ ਹੈ ਕਿ ਜਿਹੜਾ ਜਥੇਦਾਰ ਹਵਾਰਾ ਜਿਹੜੇ ਕਿ ਇਸ ਵੇਲੇ ਜੇਲ੍ਹ 'ਚ ਬੰਦੀ ਨੇ ਬੇਅੰਤ ਸਿੰਘ ਕਤਲ ਕੇਸ 'ਚ, ਉਹਨਾਂ ਵੱਲੋਂ ਇੱਕ ਸਥਾਪਿਤ ਜਿਹੜੀ ਜਥੇਬੰਦੀ ਹੈ ਅਕਾਲ ਯੂਥ, ਉਹਨਾਂ ਨੇ ਇਹ ਮਾਮਲਾ ਅੱਜ ਚੰਡੀਗੜ੍ਹ 'ਚ ਉਠਾਇਆ ਔਰ ਬਕਾਇਦਾ ਮੀਡੀਆ ਨੂੰ ਬੁਲਾ ਕੇ ਸਾਰੀ ਸੱਚਾਈ ਬਿਆਨੀ ਹੈ। ਇਸ ਕਰਕੇ ਇਹਦੇ 'ਤੇ ਗੱਲ ਕਰਨੀ ਬਣਦੀ। ਔਰ ਇਸ ਗੱਲਬਾਤ ਲਈ ਮੇਰੇ ਨਾਲ ਨੇ ਡਾਕਟਰ ਖੁਸ਼ਹਾਲ ਸਿੰਘ, ਸਿੱਖ ਵਿਦਵਾਨ ਨੇ ਔਰ ਕੇਂਦਰੀ ਗੁਰੂ ਸਿੰਘ ਸਭਾ ਦੇ ਮੁਖੀ ਵੀ ਨੇ। ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ। ਔਰ ਜਸਵਿੰਦਰ ਸਿੰਘ ਬੁਲਾਰੇ ਨੇ ਅਕਾਲ ਯੂਥ ਦੇ। ਤੁਹਾਡਾ ਵੀ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ। ਜਸਵਿੰਦਰ ਸਿੰਘ ਰਾਜਪੁਰਾ ਨੇ। ਸਭ ਤੋਂ ਪਹਿਲਾਂ ਮੈਂ ਜਸਵਿੰਦਰ ਸਿੰਘ ਜੀ ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਹਾਂ। ਜਿਹੜਾ ਤੁਸੀਂ ਅੱਜ ਮਸਲਾ ਉਠਾਇਆ ਮੀਡੀਆ ਦੇ ਸਾਹਮਣੇ ਕਿ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਹੜੱਪੀ ਹੈ, ਹੋਰ ਕਿਹੜੀਆਂ ਕਿਹੜੀਆਂ ਜ਼ਮੀਨਾਂ ਦਾ ਮਾਮਲਾ ਹੈਗਾ, ਥੋੜ੍ਹਾ ਸਾਨੂੰ ਦੱਸੋ ਵਿਸਥਾਰ ਨਾਲ। ਦੇਖੋ ਜੀ, ਜਿਹੜਾ ਮਾਮਲਾ ਅਸੀਂ ਚੁੱਕਿਆ, ਇੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਚੰਡੀਗੜ੍ਹ 'ਚ, ਉਹ ਇਹ ਹੈ ਕਿ ਗੁਰਦੁਆਰਾ ਅੰਬ ਸਾਹਿਬ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਉੱਥੇ ਇਹ ਗੁਰਦੁਆਰਾ ਸਾਹਿਬ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ, ਇਤਿਹਾਸਕ ਗੁਰਦੁਆਰਾ ਸਾਹਿਬਾਨ ਹੈ ਇਹ ਜੀ। ਇਹਦੀ ਜਿਹੜੀ ਜ਼ਮੀਨ ਹੈ ਮਤਲਬ 23 ਏਕੜ ਜ਼ਮੀਨ ਹੈ, ਜਿਹੜੀ ਸੈਣੀ ਮਾਜਰੇ ਦੇ ਲਾਗੇ ਐਰੋ ਸਿਟੀ ਬਣੀ ਹੋਈ ਹੈ ਏਅਰਪੋਰਟ ਦੇ ਬਿਲਕੁਲ ਨਾਲ। ਉਹ ਜਗ੍ਹਾ ਹੈ 23 ਏਕੜ, ਜਿਹੜੀ ਕਿਸੇ ਸਮੇਂ ਇੱਕ ਗੁਰੂ ਘਰ ਦੀ ਸ਼ਰਧਾਲੂ ਬੀਬੀ ਵੱਲੋਂ ਇਹ ਸੋਚ ਕੇ ਦਾਨ 'ਚ ਦਿੱਤੀ ਗਈ ਸੀ ਜਾਂ ਗੁਰੂ ਘਰ ਦੇ ਨਾਂ ਲਵਾਈ ਗਈ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕੋਈ ਗਰੀਬ ਲੋਕਾਂ ਦੇ ਲਈ ਭਲੇ ਦੇ ਲਈ ਸ਼੍ਰੋਮਣੀ ਕਮੇਟੀ ਹਸਪਤਾਲ ਬਣਾ ਦੇਵੇਗੀ, ਜਾਂ ਇਹ ਸੋਚ ਕੇ ਦਿੱਤਾ ਸੀ ਨਾਲ ਕਿ PGI ਦੇ ਲੋਕ ਨੇ ਜਿਹੜੇ ਉੱਥੇ ਇਲਾਜ ਕਰਾਉਣ ਲਈ ਜਾਂਦੇ ਨੇ, ਉਹਨਾਂ ਨੂੰ ਰਹਿਣ ਲਈ ਉੱਥੇ ਕਿਤੇ ਥਾਂ ਨਹੀਂ ਮਿਲਦੀ ਰਾਤ ਨੂੰ, ਉਹ ਰਾਤ ਨੂੰ ਇੱਥੇ ਕੋਈ ਸਰਾਂ ਬਣ ਜਾਵੇ ਤੇ ਆਪਣਾ ਠਹਿਰਾਅ ਕਰ ਸਕਣ, ਜਾਂ ਗਰੀਬ ਬੱਚਿਆਂ ਦੇ ਲਈ ਕੋਈ ਚੰਗਾ ਸਕੂਲ ਬਣ ਸਕੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਦੇਖਿਆ, ਬਾਦਲ ਸਰਕਾਰ ਸੀਗੀ ਉਸ ਸਮੇਂ, ਬਾਦਲ ਪਰਿਵਾਰ ਨੇ ਸੋਚਿਆ ਕਿ ਜਿਹੜੀ ਇਹ ਜ਼ਮੀਨ ਹੈ ਕਿਉਂ ਨਾ ਵੇਚੀ ਜਾਵੇ ਜਿੱਥੋਂ ਮੋਟੀ ਕਮਾਈ ਕੀਤੀ ਜਾ ਸਕਦੀ ਹੈ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2010 ਤੋਂ ਇਹਨੂੰ ਵੇਚਣ ਲਈ ਪਲਾਨ ਤਿਆਰ ਕਰ ਲਿਆ, ਜਿਸ ਦਾ ਉਸ ਸਮੇਂ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ। ਆਨਲਾਈਨ ਤੁਸੀਂ ਸਰਦਾਰ ਮੱਕੜ ਦਾ ਉਸ ਸਮੇਂ ਪ੍ਰਧਾਨ ਸੀਗੇ, ਉਹਨਾਂ ਦਾ ਸਟੇਟਮੈਂਟ ਚੱਕ ਕੇ ਦੇਖ ਸਕਦੇ ਹੋ। ਉਹਨਾਂ ਨੇ ਕਿਹਾ ਸੀ ਕਿ ਅਸੀਂ ਗੁਰਦੁਆਰਾ ਅੰਬ ਸਾਹਿਬ ਦੀ 13 ਕਿੱਲੇ ਜਾਂ 23 ਕਿੱਲੇ ਨਹੀਂ, ਇੱਕ ਅੱਧੀ ਇੰਚ ਵੀ ਜ਼ਮੀਨ ਨਹੀਂ ਵੇਚਾਂਗੇ, ਨਾ ਕਿਸੇ ਨੂੰ ਵੇਚਣ ਦੇਵਾਂਗੇ। ਪਰ 2012 ਤੋਂ 13 ਦੇ ਦਰਮਿਆਨ ਇਹਨਾਂ ਨੇ 23 ਚੋਂ 11.5 ਕਿੱਲੇ ਦੇ ਨੇੜੇ ਜਿਹੜੀ ਜ਼ਮੀਨ ਹੈ ਲਗਭਗ ਉਹਨੂੰ ਵੇਚ ਦਿਆ। 19 ਕਰੋੜ 65 ਲੱਖ ਦਾ ਸੌਦਾ ਹੋਇਆ ਜਿਹੜੀ ਇਹ ਜ਼ਮੀਨ ਵੇਚੀ ਹੈ। ਮਦਨਦੀਪ ਸਿੰਘ ਜੀ, ਤੁਸੀਂ ਇੱਥੇ ਹੁਣ ਕੰਪੈਰੀਜ਼ਨ ਕਰ ਲਿਓ ਇੱਕ ਗੱਲ ਦਾ ਜਿਹੜੀ ਮੈਂ ਅਗਲੀ ਕਹਿਣ ਲੱਗਿਆ। 19 ਕਰੋੜ 65 ਲੱਖ ਦੀ ਜ਼ਮੀਨ ਦਾ ਸੌਦਾ ਹੋਇਆ ਜਿਹੜੀ ਵੇਚੀ ਹੈ, ਤੇ ਉਹਦੀ ਕੀਮਤ ਅੱਜ ਜਿਹੜੀ ਹੈਗੀ ਹੈ 66 ਕਰੋੜ ਰੁਪਈਏ ਕੀਮਤ ਹੈ। ਫਿਰ ਉਹਦੇ ਬਦਲੇ ਦੇ ਵਿੱਚ ਜਿਹੜੀ ਇਹਨਾਂ ਨੇ ਮਲੇਰ ਕੋਟਲੇ ਜ਼ਮੀਨ ਲਈ ਹੈ 14 ਕਰੋੜ ਦੀ, ਉਹਦੀ ਕੀਮਤ ਅੱਜ ਕਿੰਨੀ ਹੈ? ਸਿਰਫ 9 ਕਰੋੜ। ਮਤਲਬ ਇੰਨਾ ਗੁਰੂ ਘਰ ਨੂੰ ਘਾਟਾ। ਕਿਤੇ 9 ਕਰੋੜ ਵਾਲੀ ਜ਼ਮੀਨ, ਕਿਤੇ 66 ਕਰੋੜ ਵਾਲੀ ਜ਼ਮੀਨ।
ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਚੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਇੱਕ ਇਹੋ ਜਿਹਾ ਜ਼ਿਲ੍ਹਾ ਜਿੱਥੇ ਬਾਕੀ ਜ਼ਿਲ੍ਹਿਆਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਦਿਨੋਂ ਦਿਨ ਥੱਲੇ ਜਾ ਰਹੀ ਹੈ, ਡਾਊਨ ਹੋ ਰਹੀ ਹੈ, ਤੇ ਜਿਹੜਾ ਮੋਹਾਲੀ ਸ਼ਹਿਰ ਹੈ ਜ਼ਿਲ੍ਹਾ ਵਾ ਇਹਦੀ ਪ੍ਰਾਪਰਟੀ ਦਿਨੋਂ ਦਿਨ ਵੱਧ ਰਹੀ ਹੈ। ਤੇ ਉਹ ਜ਼ਮੀਨ ਜਿਹੜੀ ਬਿਲਕੁਲ 에ਅਰਪੋਰਟ ਦੇ ਨਾਲ ਹੈ, ਸੋ ਉਹ ਜ਼ਮੀਨ ਇਹਨਾਂ ਨੇ ਉਸ ਸਮੇਂ ਵੇਚੀ। ਮੈਂ ਇੱਕ ਗੱਲ ਤੇ ਇਹ ਦੱਸਦੀ, ਸ਼੍ਰੋਮਣੀ ਕਮੇਟੀ ਨੇ ਵੇਚੀ ਕਿਉਂਕਿ ਉਹ ਜਿਹੜਾ ਐਰੋਸਿਟੀ ਹੈ ਉਹ ਸਰਕਾਰ ਨੇ ਬਣਾਇਆ ਹੈ, ਬਾਦਲ ਸਰਕਾਰ ਸੀ ਉਦੋਂ। ਦੇਖੋ ਜੀ, ਮੈਂ ਉਹੀ ਗੱਲ ਕਰ ਰਿਹਾ ਵੀ ਜਿਹੜਾ ਪਹਿਲਾਂ ਉਹ ਸੈਣੀ ਮਾਜਰਾ ਸੀ ਅਸਲ ਦੇ ਵਿੱਚ, ਬਾਅਦ ਚ ਤੁਸੀਂ ਐਰੋ ਸਿਟੀ ਬਣਾ ਲਓ ਜਾਂ ਕੋਈ ਹੋਰ ਬਣਾ ਲਓ, ਉਹ ਤੇ ਬਾਅਦ ਦੀ ਗੱਲਾਂ ਨੇ, ਪਰ ਜਿਹੜੀ ਜ਼ਮੀਨ ਸੀ ਉਹ ਤਾਂ ਘੱਟੋ ਘੱਟ ਗੁਰੂ ਘਰ ਦੀ ਰਹਿਣੀ ਹੈ, ਭਾਵੇਂ ਐਰੋ ਸਿਟੀ ਹੋਵੇ ਜਾਂ ਕੱਲ ਕੋਈ ਹੋਰ ਸ਼ਹਿਰ ਬਣ ਜਾਵੇ। ਇੱਕ ਮੈਂ ਜਾਣਕਾਰੀ ਲੈਣੀ ਚਾਹੁੰਦਾ ਤੁਹਾਡੇ ਕੋਲੋਂ ਜੀ ਕਿ ਵੇਚੀ ਇਹ ਸ਼੍ਰੋਮਣੀ ਕਮੇਟੀ ਨੇ, ਸ਼੍ਰੋਮਣੀ ਕਮੇਟੀ ਨੂੰ ਸਰਕਾਰ ਨੂੰ ਵੇਚੀ ਸ਼੍ਰੋਮਣੀ ਕਮੇਟੀ ਨੇ? ਦੇਖੋ ਜੀ, ਪਹਿਲਾਂ ਤਾਂ ਇਹਨਾਂ ਨੇ ਉਦਾਂ ਪ੍ਰਾਈਵੇਟ ਅਦਾਰਿਆਂ ਨੂੰ ਵੇਚੀ ਹੈ ਜ਼ਮੀਨ। ਨਹੀਂ, ਇਸ ਤਰ੍ਹਾਂ ਨਾ ਕਿ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਐਰੋ ਸਿਟੀ ਦੀ, ਉਹ ਸਰਕਾਰ ਨੇ ਕਰਵਾਈ ਹੈ, ਉਹ ਸਾਰੀ ਜ਼ਮੀਨ ਅੱਗੇ ਸਰਕਾਰ ਨੇ ਵੇਚੀ ਹੈ ਪਲਾਟਾਂ ਦੇ ਵਿੱਚ। ਦੇਖੋ ਜੀ, ਉੱਥੇ ਅੱਜ ਸ਼ੋਰੂਮ ਬਣੇ ਹੋਏ ਨੇ, ਹਾਂਜੀ, ਉੱਥੇ ਕਈ ਪ੍ਰਾਈਵੇਟ ਅਦਾਰੇ ਬਣੇ ਹੋਏ ਨੇ, ਇਹ ਉਹ ਸਾਰੀ ਜ਼ਮੀਨ ਵੇਚੀ ਹੈ। ਤੇ ਹੁਣ ਜਿਹੜੀ ਗੱਲ ਹੈ, ਇਹ ਗਮਾਡਾ ਤੇ ਜਿਹੜੀ ਪੁੱਡਾ ਹੈਗੀਆਂ ਨੇ, ਇਹਨਾਂ ਦੀ ਦਲੀਲ ਹੈ ਜਿਹੜੀ ਉਸੇ ਜ਼ਮੀਨ ਚੋਂ ਜਿਹੜੀ 23 ਏਕੜ ਚੋਂ 11.5 ਪਹਿਲਾਂ ਵੇਚਤੀ ਇਹਨਾਂ ਨੇ, ਜਿਹੜੀ ਇਹ ਜ਼ਮੀਨ ਦੇ ਰਹੇ ਨੇ, ਇਹ ਹੁਣ ਗਮਾਡਾ ਜਾਂ ਪੁੱਡਾ ਦਾ ਨਾਂ ਲੈ ਰਹੇ ਨੇ ਕਿ ਉਹ ਐਕਵਾਇਰ ਕਰ ਰਹੇ ਨੇ ਸਾਡੇ ਤੋਂ। ਤੇ ਜਦੋਂ ਕਿ ਗਮਾਡਾ ਹੋਵੇ, ਇਹ ਉਹਦੇ ਤੋਂ 11 ਏਕੜ ਤੋਂ ਹੋਰ ਵੱਖਰੀ ਹੈ ਜਿਹੜੀ ਐਕਵਾਇਰ। ਮੈਂ ਉਹੀ ਰਿਕੁਐਸਟ ਕਰਦਾ, ਪਹਿਲਾਂ ਦੱਸਿਆ ਵੀ ਜਿੱਦਾਂ 23 ਏਕੜ ਜ਼ਮੀਨ ਸੀਗੀ, 23 ਚੋਂ ਪਹਿਲਾਂ ਟੱਕ ਵੇਚਿਆ ਗਿਆ 11.5 ਏਕੜ ਦਾ, ਤੇ ਜਿਹੜੀ ਬਾਕੀ ਹੁਣ ਰਹਿ ਗਈ, ਤੇ ਇਹ ਬਹਾਨਾ ਲਾ ਰਹੇ ਨੇ, ਗਮਾਡਾ ਤੇ ਪੁੱਡਾ ਦਾ ਨਾਂ ਲਾ ਰਹੇ ਨੇ ਕਿ ਉਹ ਸਾਡੇ ਤੋਂ ਐਕਵਾਇਰ ਕਰ ਰਹੇ ਨੇ, ਜਦੋਂ ਕਿ ਗਮਾਡਾ ਪੁੱਡਾ ਪੰਜਾਬ ਸਰਕਾਰ, ਕੇਂਦਰ ਸਰਕਾਰ ਕੋਲ ਕੋਈ ਵੀ ਅਧਿਕਾਰ ਨਹੀਂ ਕਿ ਉਹ ਕਿਸੇ ਵੀ ਧਾਰਮਿਕ ਅਦਾਰੇ ਦੀ ਜ਼ਮੀਨ ਹੈ ਉਹ ਧੱਕੇ ਨਾਲ ਐਕਵਾਇਰ ਕਰ ਲਵੇ। ਇਹਨਾਂ ਨੇ ਖੁਦ ਉਹਨਾਂ ਨੂੰ ਨੋਟੀਫਿਕੇਸ਼ਨ ਜਿਹੜਾ ਦਿੱਤਾ ਉਹ ਅਸੈਪਟ ਕਰਿਆ, ਮਤਾ ਵੀ ਪਾਸ ਕੀਤਾ ਕਿ ਇਹ ਜ਼ਮੀਨ ਦਿੱਤੀ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਬਕਾਇਦਾ ਇਸ ਗੱਲ ਦੀ ਪ੍ਰੈਸ ਕਾਨਫਰੰਸ SGPC ਮੈਂਬਰ ਜਿਹੜੇ ਹਰਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਇਹ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਇਹ ਜ਼ਮੀਨ ਵੇਚ ਰਹੀ ਹੈ, ਇਹ ਨਹੀਂ ਵੇਚਣੀ ਚਾਹੀਦੀ, ਇਹ ਜਿਹੜੀ ਮੋਹਾਲੀ ਦੀ ਸਿੱਖ ਸੰਗਤ ਦੀ ਜ਼ਮੀਨ ਹੈ ਇਹਨੂੰ ਨਾ ਵੇਚਿਆ ਜਾਵੇ। ਇਹ ਉਹਨਾਂ ਦੇ ਮੈਂਬਰ ਨੇ ਵੀ ਖੁਲਾਸਾ ਕੀਤਾ, ਪਰ ਫਿਰ ਵੀ ਇਸ ਗੱਲ ਦਾ ਕੋਈ ਏਡਾ ਉਹਨਾਂ ਨੇ ਇਹਨੂੰ ਸੀਰੀਅਸ ਨਹੀਂ ਲਿਆ। ਇਸ ਨੂੰ ਵੇਚਣ ਲਈ ਬੱਜਤ ਨੇ। ਅਸੀਂ 15 ਕੁ ਦਿਨ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਦੇ ਜਿਹੜਾ ਮੈਨੇਜਰ ਹੈ ਉਹਦੇ ਦਫ਼ਤਰ ਦਾ ਘਿਰਾਓ ਕੀਤਾ ਸੀ, ਤੇ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਜ਼ਮੀਨ ਕਿਉਂ ਵੇਚ ਰਹੇ ਹੋ। ਉਹ ਕਹਿੰਦਾ ਵੀ ਮੈਂ ਨਹੀਂ ਵੇਚ ਰਿਹਾ, ਜਿਹੜਾ ਪੁਰਾਣਾ ਪ੍ਰਧਾਨ ਸੀ ਉਹ ਸੌਦਾ ਕਰਕੇ ਗਿਆ, ਮੈਨੂੰ ਤਾਂ ਜਾਣਕਾਰੀ ਨਹੀਂ ਹੈਗੀ। ਹੱਦ ਹੋ ਗਈ ਹੈ। ਠੀਕ ਹੈ, ਮੈਂ ਥੋੜਾ ਡਾਕਟਰ ਖੁਸ਼ਹਾਲ ਸਿੰਘ ਕੋਲੋਂ ਵੀ ਸਮਝਣਾ ਚਾਹੂੰਗਾ। ਡਾਕਟਰ ਸਾਹਿਬ, ਤੁਸੀਂ ਇਸ ਮਾਮਲੇ ਨੂੰ ਕਿਵੇਂ ਸਮਝ ਰਹੇ ਹੋ? ਇਹਦੇ 'ਚ ਕਿਹਨੇ ਕਪੜਾ ਕੀਤਾ, ਕੀ ਮਾਮਲਾ ਇਹ? ਗੱਲ ਇੱਦਾਂ ਹੈ ਜੀ, ਜਿਸ ਤਰ੍ਹਾਂ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਗੁਰੂ ਘਰ ਦੀਆਂ ਜਿਹੜੀਆਂ ਜਾਇਦਾਦਾਂ ਨੇ, ਸ਼੍ਰੋਮਣੀ ਕਮੇਟੀ ਦਾ ਪਹਿਲਾ ਫਰਜ਼ ਹੈ, ਸ਼੍ਰੋਮਣੀ ਕਮੇਟੀ ਉਹਨਾਂ ਦੀ ਮਾਲਕ ਨਹੀਂ ਹੈ, ਪਹਿਲਾ ਤਾਂ ਇਹ ਕਸਟੋਡੀਅਨ ਹੈ। ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਨੂੰ, ਅਦਾਰੇ ਨੂੰ, ਗੁਰਦੁਆਰੇ ਨੂੰ ਕੋਈ ਗਿਫਟ ਮਿਲਦੀ ਹੈ ਜ਼ਮੀਨ, ਤਾਂ ਅਸੀਂ ਇਹਨੂੰ ਜਿਹੜੀ ਉਸ ਲੈਂਗੁਏਜ ਵਿੱਚ ਹਿੱਬਾ ਕਹਿੰਦੇ ਆ, ਉਹ ਹਿੱਬਾ ਹੋ ਜਾਂਦਾ। ਹਿੱਬਾ ਖੋਈ ਜਾਇਦਾਦ ਅੱਗੇ ਜਿਹੜੀ ਆ ਕਿਸੇ ਨੂੰ ਵੇਚੀ ਨਹੀਂ ਜਾ ਸਕਦੀ। ਜਦੋਂ ਗੌਰਮੈਂਟ ਵੀ ਐਕਵਾਇਰ ਕਰਦੀ ਹੈ, ਮੰਨ ਲਓ ਗਮਾਡਾ ਕਰਦੀ ਹੈ, ਉਹਨੇ 에ਅਰਪੋਰਟ ਬਣਾਉਣਾ ਹੈ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾਉਣੀ ਹੈ ਜਿਹੜੀ ਲੋਕਾਂ ਦੇ ਹਿੱਤ ਵਿੱਚ ਹੈ, ਜਿਹਦੇ ਵਾਸਤੇ ਜ਼ਰੂਰੀ ਹੈ, ਤਾਂ ਉਹਦੇ ਵਾਸਤੇ ਤਾਂ ਉਹ ਐਕਵਾਇਰ ਕਰ ਸਕਦੀ ਹੈ, ਤਾਂ ਉਹਦੇ ਬਣਦੀ ਜਿਹੜੀ ਆ ਉਹ ਜਗ੍ਹਾ ਵੀ ਦੇ ਸਕਦੀ ਆ, ਪੈਸੇ ਵੀ ਦੇ ਦਿਓ, ਗੌਰਮੈਂਟ ਨਾਲ ਸਮਝੌਤੇ ਦੀ ਗੱਲ ਹੁੰਦੀ ਹੈ। ਲੇਕਿਨ ਜਦੋਂ ਕੋਈ ਮੰਨ ਲਓ ਕਮਰਸ਼ੀਅਲ ਪਲਾਟ ਵੇਚਣੇ ਆ, ਕੋਠੀਆਂ ਬਣਾਉਣੀਆਂ, ਕੋਈ ਸ਼ੋਰੂਮ ਬਣਾਉਣੇ ਆ, ਤਾਂ ਉਹਦੇ ਵਿੱਚ ਨਹੀਂ ਉਹ ਐਕਵਾਇਰ ਕਰਕੇ ਜਿਹੜੀ ਆ ਚੈਰੀਟੇਬਲ ਸੰਸਥਾ ਦੀ ਜ਼ਮੀਨ ਹੈ ਜਾਂ ਹਿੱਬਾ ਕੀਤੀ ਜ਼ਮੀਨ ਹੈ, ਉਹਨੂੰ ਕਿਸੇ ਕਮਰਸ਼ੀਅਲ ਯੂਜ਼ ਵਾਸਤੇ ਨਹੀਂ ਵਰਤ ਸਕਦੀ। ਇਹ ਦੂਜਾ ਪੱਖ ਹੈ। ਤੀਜਾ ਗੱਲ ਹੈ ਕਿ ਇਹ ਸਾਰਾ ਜਿਹੜਾ ਆ, ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਰਦਾਰ ਹੈ, ਉਹਦੇ ਉੱਤੇ ਵੱਡਾ ਸਵਾਲ ਆਉਂਦਾ ਆ, ਕਿਉਂਕਿ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਸਮੇਂ ਪੰਥ ਕਹਾਉਣ ਵਾਲੀ ਜਿਹੜੇ ਅਕਾਲੀ ਦਲ ਹੈ ਉਹਦੀ ਸਰਕਾਰ ਸੀ, ਤੇ ਬਿਨਾਂ ਸੌਦੇਬਾਜ਼ੀ ਤੋਂ ਦਿੱਤੇ ਨਹੀਂ ਗਏ। ਇਹ ਸੰਬੰਧਿਤ ਜਿਹੜੀ ਕਮੇਟੀ ਉਹਨਾਂ ਨੇ ਨੋਮੀਨੇਟ ਕੀਤੀ ਹੋਈ ਮਤੇ 'ਚ ਜਿਹੜੀ ਕਮੇਟੀ ਬਣਾਈ ਹੋਈ, ਕਿਉਂਕਿ ਇਸ ਤਰ੍ਹਾਂ ਨਹੀਂ ਵੇਚੀ ਜਾ ਸਕਦੀ। ਤੁਹਾਡਾ ਸ਼ੱਕ ਇਹ ਆ ਕਿ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਘੁਟਾਲਾ ਹੋਇਆ? ਮੈਂ ਕਹਿੰਦਾ ਇਹ ਜੇ ਪੂਰਾ ਮਾਫੀਆ ਹੈਗਾ ਜਿਹੜਾ ਇਹ 'ਚ ਸਰਗਰਮ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਤਰ੍ਹਾਂ ਵੇਚ ਨਹੀਂ ਸਕਦਾ, ਪ੍ਰਧਾਨ ਨਹੀਂ ਵੇਚ ਸਕਦਾ ਇਹਨੂੰ, ਨਾਟ ਜੈਕਟ। ਉਹਦੇ ਵਿੱਚ ਇੱਕ ਜਰਨਲ ਹਾਊਸ ਦੇ ਵਿੱਚ ਇੱਕ ਕਮੇਟੀ ਅਨਾਊਂਸ ਕੀਤੀ ਹੋਏਗੀ, ਉਹ ਕਮੇਟੀ ਜਿਹੜੀ ਅਨਾਊਂਸ ਕੀਤੀ, ਜਿਹੜੇ ਉਹਦੇ ਮੈਂਬਰ ਹੈ ਉਹਨਾਂ ਨੂੰ ਬਕਾਇਦਾ ਬੈਨੀਫਿਟ ਦਿੱਤੇ ਹੋਣਗੇ ਗਮਾਡਾ ਨੇ,
ਮੰਨ ਲਓ ਜੇ ਜ਼ਮੀਨ ਵੇਚੀ ਹੈ, ਉਹ ਇਸ ਤਰ੍ਹਾਂ ਨਹੀਂ ਅੰਡਰ ਦੀ ਟੇਬਲ ਉਹਨਾਂ ਨਾਲ ਸੌਦਾ ਹੋਇਆ ਹੋਏਗਾ ਕਿ ਤੁਹਾਨੂੰ ਅਸੀਂ ਇੰਨੇ ਪਲਾਟ ਦੇ ਦਿਆਂਗੇ, ਇੰਨੇ ਸ਼ੋਰੂਮਾਂ ਦੇ ਠੀਕ ਹੈ, ਦਿਆਂਗੇ, ਠੀਕ ਇਹ ਹੈ। ਸਾਰਾ ਕੁਝ ਉਹਦੇ ਨਾਲ ਹੋਏਗਾ। ਨਹੀਂ ਤਾਂ ਇਹ ਪੋਸੀਬਲ ਹੀ ਨਹੀਂ ਹੈ ਕਿ ਗੁਰੂ ਘਰ ਦੇ ਜਿਹੜੇ ਕਸਟੋਡੀਅਨ ਜਿਹਦੀ ਡਿਊਟੀ ਹੈ ਉਹ ਅੱਗੇ ਜਿਹੜੀ ਹੈ ਉਹਦੀ ਪ੍ਰਾਪਰਟੀ ਵੇਚ ਠੀਕ ਹੈ। ਦੇਵੇ। ਇਹ ਵੱਡਾ ਠੀਕ ਜਿਹੜੇ ਹੈ, ਠੀਕ ਹੈ। ਇਹ ਸਵਾਲਾਂ ਦੇ ਘੇਰੇ ਵਿੱਚ ਠੀਕ ਹੈ। ਆਏਗੀ। ਜਸਵਿੰਦਰ ਸਿੰਘ ਜੀ, ਤੁਸੀਂ ਇਹਦੇ 'ਚ ਛਾਣਬੀਣ ਕੀਤੀ ਹੋਣੀ ਹੈ ਲਾਜ਼ਮੀ ਤੌਰ ਤੇ, ਤੁਹਾਨੂੰ ਇਹ ਕਿੰਨਾ ਵੱਡਾ ਘੁਟਾਲਾ ਲੱਗਦਾ ਔਰ ਕਿਹਨੇ ਕੀਤਾ ਇਹ, ਜੇ ਤੁਸੀਂ ਸਿੱਧੀ ਗੱਲ ਕਰ ਸਕੋ ਤਾਂ? ਦੇਖੋ ਜੀ, ਇਹਦੇ ਵਿੱਚ ਕੋਈ ਲੁਕਵਾਂ ਚਿਹਰਾ ਨਹੀਂ ਕਿ ਕੋਈ ਲੁਕਵੀਂ ਗੱਲ ਹੈ। ਇਹ ਸਿੱਧਾ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਹੋਇਆ, ਉਹਨਾਂ ਦੇ ਕਹਿਣ ਤੇ ਕਿੰਨਾ ਹੇਠ ਵੱਡਾ ਕਪੜਾ ਹੋਇਆ ਇਹ? ਦੇਖੋ ਜੀ, ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਜਿਹੜੀ 66 ਕਰੋੜ ਦੀ ਜ਼ਮੀਨ ਹੈ, ਦੂਜੇ ਪਾਸੇ 9 ਕਰੋੜ ਦੀ ਜ਼ਮੀਨ ਹੈ। ਠੀਕ ਹੈ, ਇਹ ਤਾਂ ਇੱਕ ਪੱਖ ਮੈਂ ਤੁਹਾਡੇ ਸਾਹਮਣੇ ਰੱਖਿਆ। ਤੇ ਜਿਹੜੀ ਹੁਣ ਜਿਹੜੀ ਮਤਲਬ ਅਰਬਾਂ ਰੁਪਏ ਦੀ ਜ਼ਮੀਨ ਹੈ, ਬਾਕੀ ਜਿਹੜੀ ਬਚੀ ਹੋਈ ਹੈ, ਉਹ ਇਹ ਕਿੰਨਾ ਘੁਟਾਲਾ ਕਰ ਰਹੇ ਨੇ। ਬਦਲੇ 'ਚ ਕਮਾਡਾ ਇਹਨਾਂ ਨੂੰ ਸ਼ੋਰੂਮ ਦੇ ਰਿਹਾ, ਪਲਾਟ ਕੱਟ ਕੇ ਦੇ ਰਿਹਾ। ਤੁਸੀਂ ਇੱਕ ਗੱਲ ਦੇਖੋ, ਕਿਹਨੂੰ ਦੇ ਰਿਹਾ? ਇਹ ਸ਼੍ਰੋਮਣੀ ਕਮੇਟੀ ਨੂੰ ਦੇ ਰਹੇ ਨੇ ਉਹ ਬਦਲੇ 'ਚ। ਤੁਸੀਂ ਇੱਕ ਗੱਲ ਦੱਸੋ, ਸੋਚੋ ਵਿਚਾਰੋ ਕਿ ਜਿਹੜੇ ਪਲਾਟ ਨੇ ਸਿੱਖ ਸੰਗਤ ਦੇ ਕਿਸ ਕੰਮ ਆਉਣਗੇ? ਜਿਹੜੀ ਥਾਂ ਹੈ ਉੱਥੇ ਤੁਸੀਂ ਹਸਪਤਾਲ ਬਣਾ ਸਕਦੇ ਹੋ, ਕੋਈ ਸਰਾਂ ਬਣਾ ਸਕਦੇ ਹੋ, ਕੋਈ ਸਕੂਲ ਬਣਾ ਸਕਦੇ ਹੋ, ਸਰਬੱਤ ਦੇ ਭਲੇ ਲਈ ਕੋਈ ਹੋਰ ਸਥਾਨ ਬਣਾਇਆ ਜਾ ਸਕਦਾ। ਪਰ ਸ਼ੋਰੂਮਾਂ ਦੇ ਪਲਾਟ ਕੀ ਕਰੋਗੇ? ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਆਪਣੇ ਸ਼ੋਰੂਮ ਬਣਾ ਕੇ ਉੱਥੇ ਫਲੈਟ ਬਣਾ ਲੈਣੇ, ਆਪਣੀ ਕੋਠੀਆਂ ਬਣਾ ਲੈਣੀਆਂ ਨੇ। ਸੰਗਤ ਨੂੰ ਕੀ ਫਾਇਦਾ ਹੋਇਆ ਉਸ? ਠੀਕ ਹੈ ਗੱਲ। ਦੂਜੇ ਪਾਸੇ ਜਿਹੜਾ ਬਜਟ 'ਚ ਘਾਟਾ ਆ ਰਿਹਾ, ਡਾਕਟਰ ਸਾਹਿਬ ਇਹ ਕੀ ਮਾਮਲਾ ਜਿਹੜਾ ਤੁਸੀਂ, ਇਹ ਵੀ ਬੜੀ ਮੈਨੂੰ ਤਾਂ ਅਜੀਬ ਗੱਲ ਲੱਗ ਰਹੀ ਹੈ। ਪਹਿਲਾਂ ਵੀ ਕਦੇ ਘਾਟਾ ਪਿਆ ਹੈ ਇਸ ਤਰ੍ਹਾਂ ਦਾ ਗੋਲਕਾਂ 'ਚ, ਦੇਖੋ ਗੁਰੂ ਘਰ 'ਚ? ਇਹ ਬਹੁਤਾ ਨਹੀਂ, ਇਹ ਜਿਹੜਾ ਰੁਝਾਨ ਹੈ ਜੀ ਘਾਟੇ ਵਾਲਾ, ਪਹਿਲਾਂ ਤਾਂ ਸਰਕਾਰਾਂ ਦੇ ਬਜਟ ਹੈ ਜਿਹੜੇ ਉਹਦੇ 'ਚ ਘਾਟੇ ਸੁਣਦੇ ਸੀਗੇ। ਇਹ ਸ਼੍ਰੋਮਣੀ ਕਮੇਟੀ ਨੇ ਪਹਿਲੀ ਰਵਾਇਤ ਹੈ ਜਿਹੜੀ ਹੈ ਉਹਦਾਂ ਦੀ ਜਿਹੜੀ ਦਲੀਲ ਹੈ ਕਿ ਕਰੋਨਾ ਕਾਲ ਦੇ ਕਰਕੇ ਹੈ ਜਿਹੜੇ ਸੰਗਤਾਂ ਆਉਣੀਆਂ ਘਟ ਗਈਆਂ, ਇਸ ਕਰਕੇ ਉਹਨਾਂ ਨੇ ਬਹਾਨਾ ਬਣਾਇਆ ਹੈ। ਅਸਲ 'ਚ ਇਹ ਕੋਈ ਘਾਟਾ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਕੋਈ ਬਿਜ਼ਨਸ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਨਹੀਂ ਗੀ। ਉੱਥੇ ਤਾਂ ਜਿਹੜਾ ਅਸੀਂ ਦੇਖ ਰਹੇ ਆ ਕਿ ਮਹੀਨਾ 2 ਮਹੀਨੇ ਦੀ ਗੱਲ ਹੈ, ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਸਾਡੇ ਵੱਡੇ ਗੁਰਦੁਆਰਾ ਧਾਰਮਿਕ ਸਥਾਨ ਨੇ, ਲੋਕਾਂ ਨੇ ਭਾਵੇਂ ਉਹ ਕਿਸਾਨ ਅੰਦੋਲਨ ਹੋਵੇ, ਭਾਵੇਂ ਕਰੋਨਾ ਕਾਲ ਹੋਵੇ, ਲੋਕਾਂ ਨੇ ਤਾਂ ਲੰਗਰ ਲਾਏ ਆ। ਨਹੀਂ, ਮਾਇਆ ਕਿੱਧਰ ਗਈ ਗੋਲਕ ਦੀ ਫਿਰ? ਉਹ ਮਾਇਆ ਤਾਂ ਸਾਨੂੰ ਪਤਾ ਹੀ ਹੈ ਕਿੱਥੇ ਜਾ ਰਹੀ। ਉਹ ਜਿਹੜੇ ਉੱਥੇ ਕਾਬਜ਼ ਲੋਕ ਨੇ ਉਹ ਉਹਦੀ ਦੁਰਵਰਤੋਂ ਕਰ ਰਹੇ ਆ, ਭਾਵੇਂ ਉੱਥੇ ਖਰੀਦ ਦਾ ਮਸਲਾ ਹੋਵੇ, ਭਾਵੇਂ ਹੋਰ ਜ਼ਮੀਨ ਇੱਥੇ ਦਰਬਾਰ ਸਾਹਿਬ ਦੀ ਗੱਲ ਕਰ ਰਹੇ ਹੋ। ਅਸੀਂ ਕਿਹੜਾ ਫਤਿਹਗੜ੍ਹ ਸਾਹਿਬ ਜ਼ਮੀਨ ਖਰੀਦੀ ਹੈ, ਉਹਨਾਂ ਦੇ ਵਿੱਚ ਵੀ ਬਹੁਤ ਵੱਡੇ ਦੋਸ਼ ਲੱਗ ਰਹੇ ਆ ਕਿ ਜਿਹੜੇ ਉਹਦੇ ਮੈਂਬਰ ਸੀਗੇ ਉਹਨਾਂ ਨੇ ਬਹੁਤ ਜਿਹੜੀ ਸਸਤੀ ਜ਼ਮੀਨ ਹੈ ਬਹੁਤ ਮਹਿੰਗੇ ਭਾਅ ਖਰੀਦੀ ਹੈ, ਉਹਦਾ ਸਕੈਂਡਲ ਵੱਖਰੇ ਹੈਗੇ ਆ। ਸੋ ਇਹ ਗੁਰੂ ਘਰ ਦੀ ਗੋਲਕ, ਇਹ ਇੱਕ ਮਨੁੱਖੀ ਰੁਝਾਨ ਰਿਹਾ ਆ। ਗੁਰੂ ਸਾਹਿਬ ਵੇਲੇ ਵੀ ਇਹ ਪ੍ਰੋਬਲਮਾਂ ਆਉਂਦੀਆਂ ਰਹੀਆਂ। ਜਿਹੜੇ ਉਸ ਟਾਈਮ ਗੁਰਦੁਆਰਾ ਪ੍ਰਬੰਧ ਕਰਦੇ ਸੀ, ਪਹਿਲਾਂ ਮਸੰਦ ਕਰਦੇ ਸੀ, ਤੇ ਉਹ ਜਦੋਂ ਮਸੰਦ ਕਰਦੇ ਸੀ, ਮਸੰਦਾਂ ਦੇ ਜੀਵਨ ਵਿੱਚ ਵੀ ਇਸ ਤਰ੍ਹਾਂ ਦੀਆਂ ਘਾਟਾਂ ਆ ਜਾਂਦੀਆਂ ਸੀਗੀਆਂ। ਗੁਰੂ ਸਾਹਿਬ ਜੀ ਨੂੰ ਆਪਣੇ ਵੇਲੇ ਹੀ ਉਹ ਸੁਧਾਰ ਕਰਨੇ ਪਏ। ਸਾਡੇ ਸਾਹਮਣੇ ਆ ਕਿ ਉਹ ਕੜਾਹਿਆਂ ਦਾ ਇਤਿਹਾਸ ਹੈ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਮਸੰਦਾਂ ਨੂੰ ਦਾ ਖਾਤਮਾ ਕੀਤਾ ਤੇ ਇੱਕ ਚੈਲੰਜ, ਇੱਕ ਸੰਕੇਤ ਦਿੱਤਾ ਸੀਗਾ ਕਿ ਜਿਹੜਾ ਗੁਰੂ ਘਰ ਦੀ ਗੋਲਕ ਦਾ ਮਿਸਯੂਜ਼ ਕਰਨਗੇ ਉਹਨਾਂ ਨਾਲ ਕੀ ਭਾਣਾ ਵਾਪਰੇਗਾ। ਤੇ ਹੁਣ ਕੌਣ ਭਾਣਾ ਵਾਪਰੂਗਾ? ਤੇ ਹੁਣ ਜਿਹੜਾ ਆ ਲੋਕ ਇਹ ਕਰ ਰਹੇ ਨੇ, ਸਾਡੇ ਸਾਹਮਣੇ ਆ ਜਿਹੜੇ ਲੋਕ ਉਹਦੀ ਮਿਸਯੂਜ਼ ਲਗਾਤਾਰ। ਨਹੀਂ, ਹੁਣ ਕੌਣ ਸਜ਼ਾਵਾਂ ਦਊਗਾ ਇਹਨਾਂ ਨੂੰ ਫਿਰ? ਨਹੀਂ, ਸਜ਼ਾਵਾਂ ਤਾਂ ਦੇਖੋ ਅਕਾਲ ਪੁਰਖ ਨੇ ਦੇਣੀਆਂ ਨੇ, ਉਹ ਲੱਗਿਆ ਹੋਇਆ ਦੇ ਵੀ ਰਿਹਾ ਹੈਗਾ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਉਹ ਨਹੀਂ, ਬਾਦਲ ਨੇ ਤਾਂ ਪੂਰੀ ਉਮਰ ਭੋਗ ਕੇ ਜਾ ਰਹੇ ਆ। ਨਹੀਂ, ਉਮਰ ਭੋਗ ਕੇ ਜਾਣਾ ਤੇ ਦੇਖੋ, ਉਮਰ ਭੋਗ ਕੇ ਤਾਂ ਔਰੰਗਜ਼ੇਬ ਵੀ ਗਿਆ ਸੀ। ਬਹੁਤ ਸਾਰੇ ਇਤਿਹਾਸ ਦੇ ਵਿੱਚ ਜਿਹੜੇ ਖਲਨਾਇਕ ਨੇ, ਇਤਿਹਾਸ ਦੇ ਖਲਨਾਇਕ ਨੇ, ਉਮਰ ਭੋਗ ਕੇ ਜਾਂਦੇ ਆ। ਪਰ ਉਮਰ ਦੇ ਵਿੱਚ ਹੀ ਉਹਨਾਂ ਨੂੰ ਅਹਿਸਾਸ ਵੀ ਹੁੰਦਾ ਆ। ਉਹੀ ਜਫਰਨਾਮਾ ਜਿਹੜਾ ਐਡਾ ਵੱਡਾ ਰਾਜ ਸੀਗਾ, ਮੁਗਲ ਸਟੇਟ ਸੀਗੀ, ਉਹ ਇੱਕ ਗੁਰੂ ਸਾਹਿਬ ਜੀ ਦਾ ਇੱਕ ਪੇਜ ਦਾ ਜਿਹੜਾ ਜਫਰਨਾਮਾ ਆ, ਉਹਦਾ ਸਾਹਮਣਾ ਨਹੀਂ ਕਰ ਸਕਿਆ। ਇਹਦੀ ਸੱਚ ਦੇ ਵਿੱਚ ਤਾਕਤ ਹੀ ਇੰਨੀ ਜ਼ਿਆਦਾ ਹੁੰਦੀ ਆ। ਭਾਵੇਂ ਉਹਨਾਂ ਨੇ ਜਿਹੜੇ ਪੋਲੀਟੀਕਲ ਲੋਕ ਨੇ ਉਹ ਬਹੁਤ ਪਾਵਰਫੁਲ ਨੇ, ਪਰ ਉਹਨਾਂ ਦੇ ਜਿਸ ਪਾਸੇ ਜਾ ਰਹੇ ਆ, ਇਤਿਹਾਸ ਦਾ ਉਹ ਹਿੱਸਾ ਬਣ ਗਿਆ ਕਿ ਪੁਰਾਣਾ 100 ਸਾਲ ਪੁਰਾਣੀ ਜਥੇਬੰਦੀ ਪੰਜਾਬ ਦੇ ਵਿੱਚ ਜਿਨ੍ਹਾਂ ਹਾਲਾਤਾਂ ਦੇ ਵਿੱਚ ਹੁਣ ਵਿਚਰ ਰਹੀ ਹੈ, ਜਿਸ ਤਰ੍ਹਾਂ ਲੋਕਾਂ ਦੇ ਵਿੱਚ ਫੇਸ ਕਰ ਰਹੀ ਹੈ, ਜਿਸ ਤਰ੍ਹਾਂ ਦਾ ਮੁਕਾਬਲਾ ਲੋਕਾਂ ਦਾ ਕਰਨਾ ਪੈ ਰਿਹਾ ਆ, ਉਹ ਵੀ ਅਕਾਲੀ ਦਲ ਦਾ ਇੱਕ ਵੱਖਰਾ ਨਵੇਕਲਾ ਇਤਿਹਾਸ ਬਣਦਾ ਜਾ ਰਿਹਾ ਆ। ਤੇ ਉਹਦੇ ਇਤਿਹਾਸ ਦੇ ਹਿੱਸੇ ਵਿੱਚ ਲਿਖਿਆ ਜਾਣਾ ਆ। ਇਹ ਸਿਰਫ
ਜਾਇਦਾਦਾਂ ਦਾ ਮਸਲਾ ਨਹੀਂ ਹੈ। ਮਸਲਾ ਆ ਕਿ ਦਰਬਾਰ ਸਾਹਿਬ ਦੀਆਂ ਜਿਹੜੀਆਂ ਐਫਡੀਆਂ ਨੇ ਉਹ ਵੀ ਬੈਂਕਾਂ ਕੋਲ ਰਹਿਣੇ ਕਰ ਕੀਤੀਆਂ ਜਾ ਰਹੀਆਂ ਨੇ। ਹੋਰ ਜਿਹੜੀ ਗੁਰੂ ਘਰ ਦੀ ਪ੍ਰਾਪਰਟੀ ਹੈ, ਭਾਵੇਂ ਉਹ ਜ਼ਮੀਨਾਂ ਦੇ ਮਸਲੇ ਆ, ਉਹ ਟਰਸਟ ਬਣਾ ਕੇ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਐਡਜਸਟ ਕੀਤਾ ਜਾ ਰਿਹਾ ਆ। ਉਹ ਤੇ ਥਾਂ ਥਾਂ ਤੇ ਅਸੀਂ ਜਿਹੜੇ ਆ ਉਹ ਦੇਖ ਰਹੇ ਆ, ਨਿਤ ਦਿਨ ਜਿਹੜੇ ਆ ਇਹ ਸਾਡੇ ਸਾਹਮਣੇ ਆਉਂਦੇ ਆ ਰਹੇ ਆ, ਉਹਨਾਂ ਦੇ ਜਿਹੜੇ ਵਰਤਾਰੇ ਦੇ ਵਿੱਚ ਸਾਹਮਣੇ ਆ ਰਿਹਾ। ਪਰ ਜਿਹੜਾ ਵੱਡਾ ਇਹ ਹੈਗਾ ਆ ਕਿ ਇਹ ਜਿਹੜੀ ਜਥੇਬੰਦੀ ਬਣੀ ਸੀ, ਜਿਸ ਸੋਚ ਨਾਲ ਇਹਨਾਂ ਦੇ ਸ਼ਹੀਦਾਂ ਨੇ ਬਣਾਈ ਸੀਗੀ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦਾ ਇਹ ਕਾਰਜ ਕੀਤਾ ਸੀਗਾ, ਉਹਨਾਂ ਦੀ ਰੂਹ ਨੂੰ ਵੱਡਾ ਚੈਲੰਜ ਹੈ ਕਿ ਅੱਜ ਮਸੰਦਤਾ ਛੋਟੇ ਲੈਵਲ ਦੀ ਜਿਹੜੀ ਕਰਦੇ ਸੀ, ਰਿਸ਼ਵਤ ਕਰਦੇ ਸੀ ਜਾਂ ਗੁਰੂ ਘਰਾਂ ਦਾ ਜਿਹੜਾ ਮਿਸਯੂਜ਼ ਕਰਦੇ ਸੀਗੇ। ਲੇਕਿਨ ਇਹ ਲੋਕ ਤਾਂ ਇੱਕ ਸਰਕਾਰੀ ਸਰਪ੍ਰਸਤੀ ਦੇ ਥੱਲੇ ਕਾਨੂੰਨ ਦਾ ਸਹਾਰਾ ਲੈ ਕੇ, ਆਪਣੇ ਮੀਡੀਆ ਦਾ ਸਹਾਰਾ ਲੈ ਕੇ, ਪੈਸੇ ਦਾ ਸਹਾਰਾ ਲੈ ਕੇ ਗੁਰੂ ਘਰ ਦੀ ਗੋਲਕ ਨੂੰ ਜਿਹੜੀਆਂ ਜਿਸ ਤਰ੍ਹਾਂ ਲੁਟਾ ਰਹੇ ਨੇ, ਤੇ ਉਹਦੇ ਨਾਲ ਕਿਸੇ ਵੀ ਇਹਦਾ ਇੱਕ ਵੱਡਾ ਪਹਿਲਾ ਫਰਜ਼ ਸੀ ਸ਼੍ਰੋਮਣੀ ਕਮੇਟੀ ਦਾ ਕਿ ਉਹ ਮਾਨ ਮਰਿਆਦਾ ਨੂੰ ਕਾਇਮ ਰੱਖਣ, ਸਿੱਖਾਂ ਦੇ ਫੇਥ ਉੱਤੇ ਕਾਇਮ ਰੱਖਣ। ਪਰ ਉਹਦਾ ਅਸੀਂ ਦੇਖਿਆ ਆ ਕਿ ਜਿਹੜੇ 350 ਤੋਂ ਉੱਪਰ ਜਿਹੜੇ ਸਰੂਪ ਹੈ, ਉਹਨਾਂ ਦੇ ਮਸਲੇ ਤੱਕ ਅਜੇ ਤੱਕ ਪੰਥ ਨੂੰ ਕੋਈ ਜਵਾਬ ਨਹੀਂ ਦੇ ਸਕੇ। ਮਰਿਆਦਾ ਦੀ ਬਹਾਲੀ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਕਰ ਰਹੇ ਜਥੇਦਾਰ ਸਾਹਿਬ? ਦੂਜੇ ਪਾਸੇ ਉਹ ਕਹਿੰਦੇ ਜੇ ਅਸੀਂ 400 ਸਾਲਾਂ ਜਿਹੜਾ ਮਨਾ ਰਹੇ ਆ ਉਹਦੀ ਤਿਆਰੀ ਕਰ ਰਹੇ ਆ, ਸਿਰਫ ਜਿਹੜੀ ਹੈ ਸਿਆਸੀ ਵਿਰੋਧਤਾ ਕਰਨੀ ਔਰ ਜਿਹੜੇ ਅੰਦਰ ਇਹਨਾਂ ਕੋਲ ਚੱਲ ਰਿਹਾ ਆ ਉਹਦੇ ਬਾਰੇ ਨੋਟਿਸ ਨਾ ਲੈਣਾ। ਨਹੀਂ, ਗੁਰਦੁਆਰਾ ਐਕਟ ਦੇ ਵਿੱਚ ਨਾ ਜੀ ਬੜਾ ਸਪਸ਼ਟ ਲਿਖਿਆ ਹੋਇਆ ਆ ਕਿ ਜਥੇਦਾਰ ਦੀਆਂ ਕੀ ਪਾਵਰਾਂ ਨੇ। ਜਥੇਦਾਰ ਦੀ ਕੋਈ ਪਾਵਰ ਹੀ ਹੈ ਨਹੀਂ ਕਿ ਉਹਦੀ ਪਾਵਰ ਹੈ ਮਾਨ ਮਰਿਆਦਾ, ਅਕਾਲ ਤਖਤ ਦੀ ਪੂਜਾ ਦਾ ਅਧਿਕਾਰ ਰੱਖੇ। ਮਾਨ ਮਰਿਆਦਾ ਦੇ ਖਿਲਾਫ ਹੈ ਸਾਰਾ ਕੁਝ ਜੋ ਤੁਸੀਂ ਬੋਲ ਰਹੇ ਹੋ। ਨਹੀਂ ਬਿਲਕੁਲ ਉਹ ਹੈ ਆ, ਲੇਕਿਨ ਨਹੀਂ ਜਨਤਾ ਦੇ ਨੋਟਿਸ ਤਾਂ ਲਿਆਉਣ। ਮੈਂ ਕਹਿੰਦਾ ਵੀ ਸਿੱਖ ਜਨਤਾ ਦਾ ਵੱਡਾ ਕਸੂਰ ਹੈ। ਜੇ ਉਹ ਕੇਂਦਰ ਸਰਕਾਰ ਦੇ ਖਿਲਾਫ ਬੋਲ ਸਕਦੇ ਆ, ਜੇ ਹੋਰ ਆਰਐਸ ਦੇ ਖਿਲਾਫ ਬੋਲ ਸਕਦੇ ਆ, ਤੇ ਜਿਹੜਾ ਇਹ ਘਾਣ ਹੋ ਰਿਹਾ, ਜਿਹੜਾ ਇਹ ਮਰਿਆਦਾ ਭੰਗ ਕੀਤੀ ਜਾ ਰਹੀ, ਜਿਹੜਾ ਇਹ ਪਾਪ ਹੋ ਰਿਹਾ, ਇਹਦੇ ਖਿਲਾਫ ਜਸਵਿੰਦਰ ਸਿੰਘ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਇਹ ਮਾਮਲਾ ਉਠਾਇਆ ਆ, ਕਿ ਇਹ ਮੀਡੀਆ ਤੱਕ ਸੀਮਤ ਰਹੇਗਾ ਜਾਂ ਤੁਸੀਂ ਅੱਗੇ ਵੀ ਵਧੋਗੇ? ਅੱਗੇ ਕੀ ਕਰੋਗੇ? ਦੇਖੋ ਜੀ, ਪਹਿਲਾਂ ਤਾਂ ਮੈਂ ਇੱਕ ਜਥੇਦਾਰ ਹਰਪ੍ਰੀਤ ਸਿੰਘ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਉਹਨੂੰ ਅੱਗੇ ਵਧਾ ਦੇਵਾਂ। ਉਹ ਸਿਰਫ ਇੱਕ ਨਾਂ ਦੇ ਜਥੇਦਾਰ ਨੇ। ਪਹਿਲਾਂ ਲੋਕਾਂ ਨੂੰ ਲੱਗਣ ਲੱਗਿਆ ਕਿ ਉਹ ਵਾਕਈ ਯਾਰ ਕਿਤੇ ਕੌਮ ਦੀ ਗੱਲ ਬੇਸ਼ੱਕ ਨਾਂ ਦੇ ਸਾਨੂੰ ਮੰਨਣਾ ਤਾਂ ਪਊਗਾ ਨਾ, ਜਥੇਦਾਰ ਤਾਂ ਹੈਗੇ ਆ। ਦੇਖੋ ਜੀ, ਜੇਕਰ ਉਹ ਇੱਕ ਬਾਦਲ ਪਰਿਵਾਰ ਨੂੰ ਮੁੱਖ ਰੱਖ ਕੇ ਉਹ ਕਰਦੇ, ਉਹਨੂੰ ਕਿੱਦਾਂ ਸਿੱਖ ਸੰਗਤ ਪ੍ਰਵਾਨ ਕਰੂਗੀ? ਜੇ ਕਿਤੇ ਕੋਈ ਦੂਜੀ ਗੱਲ ਆਉਂਦੀ ਆ, ਉਹਨਾਂ ਦੇ ਬਿਆਨ ਧੜਾਧੜ ਬਰਸਾਤ ਹੁੰਦੀ ਹੈ ਬਿਆਨਾਂ ਦੀ, ਉਹਨਾਂ ਦਾ ਕ੍ਰਮਕ ਰੂਪ ਹੁੰਦਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋ ਜਾਂਦੇ ਨੇ, ਫਿਰ ਤੇ ਮਤਲਬ ਉਹ ਚੁੱਪੀ ਵੱਟ ਲੈਂਦੇ ਨੇ, ਫਿਰ ਕੋਈ ਗੱਲ ਨਹੀਂ। ਜਦੋਂ ਉੱਥੇ ਸਿੱਖਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਸ਼੍ਰੋਮਣੀ ਕਮੇਟੀ ਨੇ, ਸਿੱਖਾਂ ਦੇ ਦਸਤਾਰਾਂ ਉਤਾਰੀ ਗਈਆਂ, ਕੇਸਾਂ ਦਾ ਬੇਅਦਬੀ ਕੀਤੀ ਗਈ, ਉਦੋਂ ਵੀ ਜਥੇਦਾਰ ਚੁੱਪ ਨੇ। ਮਤਲਬ ਇਹ ਸਾਰਾ ਕੁਝ ਹੁਣ ਇਹ ਅੱਜ ਇੱਕ ਡਰਾਮਾ ਕਰ ਰਹੇ ਨੇ ਕਿ ਆਰਐਸਐਸ ਮਾੜੀ ਹੈ, ਉਹਦੇ ਖਿਲਾਫ ਹਾਊਸ 'ਚ ਮਤਾ ਪਾਸ ਕਰ ਰਹੇ ਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਪਹਿਲਾਂ 2000 ਦੇ ਵਿੱਚ, ਅੱਜ ਤੋਂ 20 ਸਾਲ 21 ਸਾਲ ਪਹਿਲਾਂ ਜਥੇਦਾਰ ਜੋਗਿੰਦਰ ਸਿੰਘ ਵਦਾਂਤੀ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਆਰਐਸਐਸ ਦੇ ਖਿਲਾਫ, ਉਹ ਤੋਂ ਬਾਅਦ ਵੀ ਤੁਸੀਂ ਉਹਨਾਂ ਨਾਲ ਵਰਤਦੇ ਰਹੇ ਹੋ, ਉਹਦਾ ਜ਼ਿੰਮੇਵਾਰ ਕੌਣ ਹੈ? ਸੋ ਇਹ ਸਾਰੀ ਮਤਲਬ ਡਰਾਮੇਬਾਜ਼ੀਆਂ ਹੋ ਰਹੀਆਂ ਨੇ। ਇਸੇ ਲਈ ਮੈਂ ਕਹਿ ਰਿਹਾ ਵੀ ਉਹਨਾਂ ਨੂੰ ਇਸ ਮਾਮਲੇ ਤੁਸੀਂ ਕੀ ਕਰੋਗੇ ਹੁਣ? ਜਿਹੜਾ ਇੰਨਾ ਘਪਲਾ ਆ ਵੱਡਾ, ਇਹਨੂੰ ਕਿੱਥੇ ਤੱਕ ਲੈ ਕੇ ਜਾਓਗੇ? ਇਹਦਾ ਕੀ ਕਾਨੂੰਨੀ ਪਹਿਲੂ ਕੀ ਹੈ? ਦੋ ਪੱਖ ਨੇ ਜੀ। ਇੱਕ ਹੈਗਾ ਜਿਹੜਾ ਸਿੱਖਾਂ ਦੀ ਰਵਾਇਤ ਮੁਤਾਬਕ ਅਸੀਂ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਪਹਿਲਾਂ ਅੰਬ ਸਾਹਿਬ ਜਿਹੜਾ ਮੈਨੇਜਰ ਦਾ ਦਫ਼ਤਰ ਹੈ ਉਹਨੂੰ ਘੇਰਿਆ ਗਿਆ, ਅੱਜ ਅਸੀਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਹੈ ਅੰਮ੍ਰਿਤਸਰ, ਸਿਰਫ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਅਸੀਂ ਬਹੁਤ ਵੱਡਾ ਪ੍ਰੋਟੈਸਟ ਕਰ ਰਹੇ ਹਾਂ ਸਿੱਖ ਨੌਜਵਾਨਾਂ ਨੂੰ ਇਕੱਤਰ ਕਰਕੇ 10 ਅਪ੍ਰੈਲ ਨੂੰ। ਉਸ ਤੋਂ ਬਾਅਦ ਅਸੀਂ ਜਿਹੜਾ ਇੱਕ ਮੂਵਮੈਂਟ ਖੜੀ ਕਰ ਰਹੇ ਹਾਂ ਪੂਰੇ ਪੰਜਾਬ 'ਚ ਵੀ ਸਾਡੇ ਜਿੱਥੇ ਮੋਦੀ ਸਰਕਾਰ ਪੰਜਾਬ ਦੀ ਜ਼ਮੀਨਾਂ ਤੇ ਕਬਜ਼ਾ ਕਰਨ ਨੂੰ ਫਿਰਦੀ ਹੈ, ਉਹਨਾਂ ਨੂੰ ਵੇਚਣ ਤੇ ਲੱਗੀ ਹੋਈ ਹੈ, ਉੱਥੇ ਬਾਦਲ ਸਰਕਾਰ ਇਸ ਮੌਕੇ ਦੀ ਨਜਾਕਤ ਦਾ ਫਾਇਦਾ ਚੱਕਦਿਆਂ ਗੁਰੂ ਘਰ ਦੀ ਜ਼ਮੀਨਾਂ ਦਾ ਸੌਦਾ ਕਰਨ ਲੱਗਿਆ ਹੋਇਆ, ਭਾਵੇਂ ਉਹਦੀ ਸਰਕਾਰ ਨਹੀਂ ਹੈਗੀ ਕੋਈ। ਜਿਹੜੇ ਆਪਾਂ ਗੱਲ ਕਰਦੇ ਆ ਜਥੇਦਾਰੀ ਦੀ ਗੱਲ ਕਰ ਰਹੇ ਆ, ਕਿਉਂਕਿ ਜਥੇਦਾਰ ਜਿਹੜਾ ਹੈ ਅਸਲ 'ਚ ਤਾਂ ਹੁਣ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਨੇ ਤਾਂ ਥਾਪਿਆ ਹੋਇਆ ਹੈ ਜੀ, ਤੇ ਇਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦਾ ਵੀ ਕੋਈ ਹਵਾਲਾ ਹੈ ਇਸ ਸਾਰੇ ਮਾਮਲੇ 'ਚ? ਦੇਖੋ ਜੀ, ਉਹਨਾਂ ਦੇ ਵਕੀਲ ਰਾਹੀਂ ਸਾਡੇ ਕੋਲੇ ਗਾਹੇ ਬਗਾਹੇ ਸੁਨੇਹਾ ਆਉਂਦਾ ਰਹਿੰਦਾ ਉਹਨਾਂ ਦਾ। ਉਹਨਾਂ ਕੋਲੇ ਹਫ਼ਤੇ 'ਚ 2 ਵਾਰੀ ਉਹਨਾਂ ਨੂੰ ਫੋਨ ਅਲਾਉਡ ਨੇ ਤੇ ਉਹਨਾਂ ਦੇ ਸੁਨੇਹੇ ਸਾਨੂੰ ਆਉਂਦੇ ਰਹਿੰਦੇ। ਉਹਨਾਂ ਦਾ ਇੱਕੋ ਇੱਕ ਸਿੱਖ ਸੰਗਤਾਂ ਲਈ ਮੈਸੇਜ ਵੀ ਹੈ ਕਿ ਅਸੀਂ ਗੁਰੂ ਘਰ ਬੜੇ ਪੀਸਫੁਲੀ ਤਰੀਕੇ ਦੇ ਨਾਲ ਗੁਰੂ ਘਰਾਂ ਨੂੰ ਅਸੀਂ ਆਜ਼ਾਦ ਕਰਾਉਣਾ। ਜਿਹੜੀ ਪਹਿਲਾਂ ਮੈਂ ਗੱਲ ਕੀਤੀ ਸੀ ਉਹ ਪੂਰੀ ਕਰ ਦਵਾਂ। ਆਜ਼ਾਦ ਕਰਾਉਣਾ
ਦੇਖੋ ਬਾਦਲ ਪਰਿਵਾਰ ਕੋਲੋਂ ਠੀਕ ਹੈ। ਜਿਹੜੇ ਸਾਡੇ ਗੁਰੂ ਘਰਾਂ ਦਾ ਗੋਲਕ ਦੀ ਲੁੱਟ ਖਸੁੱਟ ਕਰ ਰਹੇ ਨੇ। ਤੇ ਮੈਂ 10 ਅਪ੍ਰੈਲ ਤੇ ਗੱਲ ਕਰ ਰਿਹਾ ਸੀ ਕਿ ਪ੍ਰੋਟੈਸਟ ਕਰਨਾ ਅਸੀਂ ਅੰਮ੍ਰਿਤਸਰ ਵਿਖੇ, ਉਸ ਤੋਂ ਬਾਅਦ ਚੰਡੀਗੜ੍ਹ ਇਹਨਾਂ ਦਾ ਦਫ਼ਤਰ ਹੈ, ਉੱਥੇ ਵੀ ਪ੍ਰੋਟੈਸਟ ਕਰਾਂਗੇ। ਤੇ ਹੁਣ ਦਿੱਲੀ ਕਮੇਟੀ ਦੀ ਚੋਣਾਂ ਚੱਲ ਰਹੀਆਂ ਨੇ, ਉੱਥੇ ਜਾ ਕੇ ਵੀ ਅਸੀਂ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਦੇਖੋ ਪੂਰਾ ਰਿਕਾਰਡ ਲੈ ਕੇ ਵੀ ਇੰਨੀ ਜ਼ਮੀਨਾਂ ਦੇ ਸੌਦੇਬਾਜ਼ੀਆਂ ਇਹਨਾਂ ਨੇ ਕੀਤੀਆਂ ਨੇ। ਪੰਜਾਬ ਦੀ ਜਿਹੜੀ ਜ਼ਮੀਨਾਂ ਨੇ ਗੁਰੂ ਘਰ ਨਾਲ ਸੰਬੰਧਿਤ, ਉਹਨਾਂ ਨੂੰ ਖਾ ਗਏ ਨੇ ਵੇਚ ਕੇ। ਤੇ ਜਿਹੜੇ ਉਹ ਉੱਥੇ ਪ੍ਰਧਾਨ ਨੇ ਸਿਰਸਾ, ਉਹ ਉਹਨਾਂ ਤੋਂ ਕੋਈ ਉਮੀਦ ਰੱਖਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਪਹਿਲਾਂ ਦੇਖੋ ਵੀ ਉਹ ਐਮਐਲਏ ਕਿਹੜੀ ਪਾਰਟੀ ਦਾ, ਭਾਜਪਾ ਦਾ ਨਾ। ਫਿਰ ਉਸ ਬੰਦੇ ਤੋਂ ਪੰਥ ਦੀ ਭਲਾਈ ਲਈ ਕੀ ਉਮੀਦ ਰੱਖੋਗੇ? ਸੋ ਪਿੱਛੇ ਉੱਥੇ ਇੱਕ ਬਾਲਾ ਸਾਹਿਬ ਗੁਰਦੁਆਰਾ ਹੈਗਾ ਦਿੱਲੀ ਵਿਖੇ, ਉੱਥੇ ਕਰੋੜਾਂ ਰੁਪਈਆ ਲੱਗਿਆ ਹੋਇਆ, ਉੱਥੇ ਹਸਪਤਾਲ ਦੀ ਇਮਾਰਤ ਬਣੀ ਹੈ, ਉਹ ਖੰਡਰ ਬਣ ਰਹੀ ਹੈ ਇਮਾਰਤ। ਤੁਸੀਂ ਇੱਕ ਵਾਰੀ ਜ਼ਰੂਰ, ਮੈਂ ਤੁਹਾਡੇ ਚੈਨਲ ਨੂੰ ਬੇਨਤੀ ਕਰਦਾ, ਗਰਬ ਪੰਜਾਬ ਨੂੰ, ਉੱਥੇ ਜਾ ਕੇ ਦੇਖੋ ਤਾਂ ਸਹੀ। ਉੱਥੇ 6-6 ਫੁੱਟ ਇਮਾਰਤ ਦੇ ਵਿੱਚ ਪਾਣੀ ਖੜਿਆ। ਡਾਕਟਰ ਸਾਹਿਬ ਇੱਕ ਤੁਸੀਂ ਮੈਨੂੰ ਥੋੜਾ ਜਿਹਾ ਜਾਣਕਾਰੀ ਦਿਓ, ਇਹ ਬੜੀ ਇਹਨਾਂ ਦੀ ਗੱਲ ਠੀਕ ਹੈ, ਇਹਨਾਂ ਦੇ ਦਲੀਲਾਂ ਠੀਕ ਨੇ। ਇਹ ਸਾਰਾ ਜੋ ਹੋ ਰਿਹਾ ਆ, ਇਹਦਾ ਅੰਤ ਕੀ ਹੈ ਫਿਰ? ਜੀ ਅੰਤ ਤਾਂ ਇਦਾਂ ਜੀ, ਗੁਰੂ ਸਾਹਿਬ ਵੇਲੇ ਵੀ ਹੋਇਆ, ਜਦੋਂ ਕੋਈ ਸੰਸਥਾ ਆਪਣੇ ਫਰਜ਼ਾਂ ਤੋਂ ਜੇ ਕੋਤਾਹੀ ਕਰਦੀ ਹੈ, ਉਹ 'ਤੇ ਕਾਮਯਾਬ ਨਹੀਂ ਹੁੰਦੀ, ਤਾਂ ਉਹਦੇ ਵਿਰੁੱਧ ਜਿਹੜੀ ਹੈ ਸੰਗਤਾਂ ਦੇ ਵਿੱਚ ਇੱਕ ਜਾਗ੍ਰਿਤੀ ਆਉਂਦੀ ਆ, ਤਾਂ ਉਹ ਨਵਾਂ ਫਰੰਟ ਸਿਰਜਦੀ ਹੈ। ਤੋ ਮੈਂ ਆਸਵੰਦ ਹਾਂ ਕਿ ਇਹ ਵੀ ਇੱਕ ਕ੍ਰਾਂਤੀ ਆਏਗੀ, ਇਨਕਲਾਬ ਆਏਗਾ ਕਿ ਗੁਰਦੁਆਰਾ ਸੁਧਾਰ ਲਹਿਰ ਨਵੇਂ ਰੂਪ ਦੇ ਵਿੱਚ ਚੱਲੇਗੀ। ਹਾਂ, ਇਹਦੇ ਵਿੱਚ ਜਿਹੜਾ ਸਾਡਾ ਵੱਡਾ ਹੈ, ਸਾਡੇ ਸਾਹਮਣੇ ਚੈਲੰਜ ਹੈ ਕਿ ਜਿਹੜੇ ਲੋਕ ਅੱਜ ਇਹ ਦਾਅਵਾ ਕਰ ਰਹੇ ਆ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਬਦਲਾਅ ਲਿਆਉਣਾ ਆ, ਪਰ ਜਿਹੜੇ ਲੋਕ ਉਹਦੇ ਵਿੱਚ ਮੇਜਰ ਰੂਪ ਤੇ ਉੱਭਰ ਕੇ ਆ ਰਹੇ ਨੇ, ਉਹ ਵੀ ਡੇਰਾਵਾਦੀ ਉਸੇ ਤਰ੍ਹਾਂ ਨੇ ਜਿਸ ਤਰ੍ਹਾਂ ਦੇ ਮਹੰਤ ਪਹਿਲਾਂ ਕੱਢੇ ਗਏ ਸੀ। ਤੇ ਮੈਂ ਕਹਿੰਦਾ ਸਾਰਿਆਂ ਨੂੰ ਇਹ ਸ਼੍ਰੋਮਣੀ ਕਮੇਟੀ 'ਚ ਉਹਨਾਂ ਬੰਦਿਆਂ ਨੂੰ ਹੀ ਆਉਣਾ ਚਾਹੀਦਾ ਆ, ਤੇ ਉਹਨਾਂ ਨੂੰ ਸੰਗਤਾਂ ਨੂੰ ਲੈ ਕੇ ਆਉਣਾ ਚਾਹੀਦਾ ਹੈ ਜਿਹੜੇ ਅਕਾਲ ਤਖਤ ਦੀ ਰਹਿਤ ਪ੍ਰਵਾਨਤ ਰਹਿਤ ਮਰਿਆਦਾ ਨੂੰ ਆਪਣਾ ਸਿਧਾਂਤ ਮੰਨਦੇ ਆ, ਜਿਨ੍ਹਾਂ ਦਾ ਜਿਹੜੀ ਰਹਿਤ ਮਰਿਆਦਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਸੰਸਕਾਰ ਮੌਕੇ ਅਰਦਾਸ ਕਰਕੇ ਸਿੱਖਾਂ ਨੇ ਚਿਤਵੀ ਸੀ ਕਿ ਇਹਨਾਂ ਮਹੰਤਾਂ ਤੋਂ ਖਹਿੜਾ ਛਡਾਉਣ ਲਈ ਅਸੀਂ ਆਹ ਤਬਦੀਲੀਆਂ ਚਾਹੁੰਦੇ ਹਾਂ ਪ੍ਰਬੰਧ ਦੇ ਵਿੱਚ। ਉਸ ਰਹਿਤ ਮਰਿਆਦਾ ਨੂੰ ਇੱਕ ਸਿੱਖ ਕਾਨੂੰਨ ਦੇ ਤੌਰ ਤੇ ਲੈ ਕੇ ਆਉਣਾ ਚਾਹੀਦਾ ਆ। ਉਹਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਬੰਦਿਆਂ ਨੂੰ ਬਦਲ ਦਈਏ, ਬੰਦਿਆਂ ਨੂੰ ਬਦਲਿਆਂ ਕੰਮ ਨਹੀਂ ਬਣਨਾ। ਇੱਕ ਜਿਹੜਾ ਸਿਧਾਂਤਕ ਤੌਰ ਤੇ ਤਬਦੀਲੀ ਆਉਣੀ ਚਾਹੀਦੀ ਹੈ। ਬੰਦੇ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ, ਸੋ ਮੇਰਾ ਸਭ ਤੋਂ ਪਹਿਲੇ ਹੈ ਕਿ ਜਿਹੜੇ ਬੰਦੇ ਲੈ ਕੇ ਆਉਣੇ ਆ, ਉਹ ਚੰਗੇ ਬੰਦੇ ਤਾਂ ਹੀ ਹੋਣਗੇ ਜੇ ਚੰਗਾ ਤੁਹਾਡੇ ਕੋਲ ਸਿਧਾਂਤ ਹੋਏਗਾ। ਬੰਦੇ ਆਪਣੇ ਆਪ 'ਚ ਕੁਝ ਨਹੀਂ, ਪਰ ਤੁਸੀਂ ਅੱਜ ਜੋ ਅਸੀਂ ਦੇਖ ਰਹੇ ਹਾਂ, ਉੱਥੇ ਡੇਰਾਵਾਦੀ ਫਿਰ ਇਕੱਠੇ ਹੋ ਰਹੇ ਆ। ਬਾਦਲ ਦੇ ਖਿਲਾਫ ਵੀ ਜਿਹੜੀ ਤਬਦੀਲੀ ਲੈ ਕੇ ਆ ਰਹੇ ਆ ਬੰਦੇ, ਉਹ ਡੇਰਾਵਾਦੀ ਹੈਗੇ ਆ, ਉਹ ਵੀ ਆਪਣਾ ਆਪਣੇ ਡੇਰਾ ਚਲਾਉਂਦੇ ਆ। ਉਹਨੇ ਆਪਣੇ ਡੇਰਿਆਂ 'ਚ ਕਦੀ ਅਕਾਲ ਤਖਤ ਦੀ ਰਹਿਤ ਮਰਿਆਦਾ ਲਾਗੂ ਨਹੀਂ ਕੀਤੀ, ਕਦੀ ਉਹਦਾ ਪ੍ਰਚਾਰ ਤੇ ਪ੍ਰਸਾਰ ਨਹੀਂ ਕੀਤਾ। ਤੇ ਫਿਰ ਅਸੀਂ ਉਹਨਾਂ ਤੋਂ ਕੀ ਉਮੀਦ ਰੱਖਦੇ ਹਾਂ? ਕਿਉਂਕਿ ਉਹਨਾਂ ਲੋਕਾਂ ਵਿੱਚ ਉਹ ਵੀ ਲੋਕ ਸ਼ਾਮਲ ਨੇ ਜਿਹੜੇ ਨਨਕਾਣਾ ਸਾਹਿਬ ਦੇ ਸਾਕੇ ਦੇ ਦੋਸ਼ੀ ਮਹੰਤ ਨਰੈਣ ਦੇ ਕੇਸ ਲੜਦੇ ਰਹੇ ਆ, ਜਿਹੜੇ ਉਹਨਾਂ ਦੇ ਸਪੋਰਟ ਕਰਦੇ ਰਹੇ ਆ। ਸੋ ਅਸੀਂ ਜੇ ਸ਼੍ਰੋਮਣੀ ਕਮੇਟੀ ਦੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਅਖੀਰ ਤੇ ਆ ਕੇ ਕੀਤੀ, ਅਸਲ ਤਾਂ ਇਹੀ ਮਾਮਲਾ ਹੈਗਾ ਔਰ ਇਹਦੇ ਹੱਲ ਤੋਂ ਬਗੈਰ ਕੁਝ ਸੰਭਵ ਨਹੀਂ ਹੋ ਸਕਦਾ। ਇਹ ਜਿਹੜੇ ਘਪਲੇਬਾਜ਼ੀਆਂ ਹੋ ਰਹੀਆਂ, ਅੱਜ ਜਸਵਿੰਦਰ ਸਿੰਘ ਹੋਣੀ ਬਹੁਤ ਅੱਛਾ ਕੰਮ ਕਰ ਰਹੇ ਆ, ਲੋਕਾਂ ਦੇ ਧਿਆਨ 'ਚ ਲਿਆ ਰਿਹਾ ਵੀ ਇਹ ਕੀ ਹੋ ਰਿਹਾ, ਉਹ ਬਕਾਇਦਾ ਤੌਰ ਤੇ ਅੱਖ ਰੱਖਣ ਲੋਕ ਇਹ ਜਾਗਰੂਕ ਕਰ ਰਹੇ ਆ। ਸੋ ਇਹ ਪ੍ਰੋਗਰਾਮ ਕਿਵੇਂ ਲੱਗਿਆ, ਤੁਸੀਂ ਆਪਣੀ ਰਾਏ ਜ਼ਰੂਰ ਦੇਣਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਸਾਡੇ ਨਾਲ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ।